ਪਵਿੱਤਰ ਹੋਣਾ ਹੈ ਤਾਂ ਉਹਦੇ ਲਈ ਅਲੱਗ-ਅਲੱਗ ਢੰਗ ਹੈ। ਕਰ ਇਸ਼ਨਾਨ, ਪਹਿਲਾਂ ਬਾਹਰ ਟੂਟੀਆਂ ਲੱਗੀਆਂ ਹੋਈਆਂ ਜਾਂ ਘਰੋਂ ਹੀ ਇਸ਼ਨਾਨ ਕਰਕੇ ਜਾਣਾ। ਸਿਮਰ ਪ੍ਰਭ ਆਪਣਾ, ਦੋ ਚੀਜ਼ਾਂ ਤੇ ਅਸਰ ਪੈਂਦਾ, ਮਨ ਤਨ ਭਏ ਅਰੋਗਾ। ਮਹਾਰਾਜ ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਤੇ ਆਵੈ ਉਦਮ ਕਰੇ, ਭਲਕੇ ਪ੍ਰਭਾਤੀ ਇਸ਼ਨਾਨ ਕਰੇ। ਬਾਹਰ ਟੂਟੀਆਂ ਤੇ ਖੂਹ ਤੇ ਕਰਦੇ ਸੀ ਉਦੋਂ, ਫੇਰ ਸਰੋਵਰ 'ਚ ਇਸ਼ਨਾਨ ਕਰਨਾ। ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੈ, ਟੂਟੀਆਂ ਤੋਂ ਫਿਰ ਇਸ਼ਨਾਨ ਹਰਿਮੰਦਰ ਸਾਹਿਬ ਦੇ ਸਰੋਵਰ ਦਾ ਕਰਕੇ। ਇਹ ਸਾਰੇ ਥਾਂ ਹੀ ਦੱਸਣਾ ਪੈਂਦਾ ਵੀ ਜਦ ਵੀ ਹੁਣ ਇੰਨੀ ਦੂਰ ਟਿਕਟ ਲਾ ਕੇ ਜਾਂਦੇ ਹੋ, ਮਸਾਂ ਤੁਸੀਂ ਪੰਜਾਬ ਜਾਂਦੇ ਹੋ, ਹਰਿਮੰਦਰ ਸਾਹਿਬ ਵੀ ਜਾਂਦੇ ਹੋ, ਉੱਥੇ ਜਾ ਕੇ ਫਿਰ ਤੁਸੀਂ ਗਲ ਤੱਕ ਹੀ ਟੋਭਾ ਲਾਇਆ। ਜਿਹੜੀ ਮੇਨ ਚੀਜ਼ ਹੈ, ਇਸ ਤੋਂ ਉੱਪਰ ਹੀ ਪੰਜ ਇੰਦਰੀਆਂ ਕੰਮ ਕਰ ਰਹੀਆਂ ਨੇ, ਮੇਨ ਇੱਥੇ ਆ ਸਾਰਾ ਕੁਝ, ਇੱਥੇ ਆ ਸਾਰਾ ਕੁਝ। ਕੋਈ ਇਹ ਹਿੱਸਾ ਸਰੋਵਰ 'ਚ ਨਹੀਂ ਡੁਬਾਉਂਦੇ ਤੁਸੀਂ, ਸਿਰਫ ਇੱਥੇ ਤੱਕ ਟੁੱਬੀਆਂ ਲਾ ਕੇ ਮੈਂ ਨਹਾ ਆਇਆ ਨਹੀਂ। ਸਣੇ ਉਹ ਸਿਰ ਨੂੰ ਡੁਬੋ, ਸਿਰ ਨੂੰ ਬੁੱਧੀ। ਪੰਜ ਪਿਆਰੇ ਸੀਸ 'ਚ ਵੀ ਅੰਮ੍ਰਿਤ ਪਾਉਂਦੇ, ਪੰਜ ਪਿਆਰੇ ਅੱਖਾਂ 'ਚ ਪਾਉਂਦੇ, ਪੰਜ ਪਿਆਰੇ ਮੁੱਖ 'ਚ ਪਾਉਂਦੇ ਨੇ। ਤੁਸੀਂ ਕਦੇ ਦੇਖਿਆ ਵੀ ਪੰਜ ਪਿਆਰੇ ਮੋਢਿਆਂ ਤੇ ਅੰਮ੍ਰਿਤ ਪਾਉਂਦੇ ਜਾਂ ਤੁਹਾਡੇ ਇੱਥੇ ਅੰਮ੍ਰਿਤ ਪਾਉਂਦੇ ਨੇ? ਮੁੱਖ ਤਾਂ ਤੁਹਾਡਾ ਫੇਰ ਖਾਲੀ ਰਹਿ ਗਿਆ। ਸਰੋਵਰ ਵਿੱਚ ਵੜ ਕੇ ਜਿੰਨਾ ਰੱਜ ਕੇ ਪਾਣੀ ਪੀ ਹੁੰਦਾ ਪੀ ਲਓ, ਸਰੋਵਰ ਦਾ ਜਲ ਜਿੰਨਾ ਰੱਜ ਕੇ ਪੀ ਸਕਦੇ ਹੋ। ਅੱਖਾਂ ਡਬੋਲੋ, ਸਿਰ ਡਬੋਲੋ ਵਿੱਚ, ਕਿਉਂਕਿ ਉਸ ਸਰੋਵਰ ਦੇ ਵਿੱਚ ਅੰਮ੍ਰਿਤ ਸਰੋਵਰ ਹੈ, ਉਹ ਅੰਮ੍ਰਿਤ ਸਰੋਵਰ ਸਦ ਭਰਿਆ। ਤਾਂ ਤੇ ਉੱਥੇ ਜਦੋਂ ਆਪਾਂ ਜਾਂਦੇ, ਕਈ ਕਹਿੰਦੇ ਫਿਰ ਕਿਵੇਂ ਨਹਾਈਏ? ਆਹ ਗਾਤਰਾ ਉਤਾਰ ਲਈਦਾ, ਸਿਰਫ ਕੱਲੀ ਸ੍ਰੀ ਸਾਹਿਬ ਹੱਥ 'ਚ ਫੜ ਲਓ, ਜਾਂ ਇਸ਼ਨਾਨੀ ਸ੍ਰੀ ਸਾਹਿਬ ਹੁੰਦੀ ਉਹ ਲੈ ਲਓ, ਚਲੋ ਉੱਥੋਂ ਉਦੋਂ ਕੱਢ ਲਈਦੀ। ਛੋਟੀ ਲੈ ਲਓ, ਇੰਨੀ 6 ਇੰਚੀ ਸ੍ਰੀ ਸਾਹਿਬ ਲੈ ਕੇ, ਛੋਟੀ ਦਸਤਾਰ ਪਤਲੀ ਜੀ ਸਿਰ ਤੇ ਬੰਨ੍ਹ ਕੇ ਉਹਦੇ ਵਿੱਚ ਵੀ ਸ੍ਰੀ ਸਾਹਿਬ ਫਸ ਜਾਂਦੀ। ਜੇ ਰੋਮਾਂ ਦੀ ਬੇਅਦਬੀ ਦਾ ਡਰ ਹੈ ਤਾਂ ਆਪਾਂ ਛੋਟੀ ਸ੍ਰੀ ਸਾਹਿਬ ਮਿਆਨ ਵਾਲੀ ਵੀ ਪਾ ਸਕਦੇ ਹਾਂ, ਬਿਨਾਂ ਤਿੱਖਿਆਂ ਕੀਤਿਆਂ ਵੀ ਇਸ਼ਨਾਨ ਵਾਲੀ ਮਿਲ ਜਾਂਦੀ। ਕੋਈ ਨਾ ਕੋਈ ਹੀਲਾ ਵਸੀਲਾ ਕਰਕੇ ਬਾਹਰੋਂ ਕੇਸੀ ਇਸ਼ਨਾਨ ਕਰਕੇ ਫਿਰ ਆ ਕੇ ਸਰੋਵਰ ਵਿੱਚ ਕੁਛ ਟਾਈਮ ਲੈ ਕੇ ਜਾਣਾ, ਘੜੀ ਟੁੱਬਾ ਲਾਓ। ਹਾਂ, ਜੇ ਤੁਸੀਂ ਦਿਨੇ ਇਸ਼ਨਾਨ ਕਰੋਗੇ ਉਹ ਫਿਰ ਬਰਛੇ ਵਾਲੇ ਰੌਲਾ ਪਾਈ, ਭਾਈ ਸਾਹਿਬ ਬਾਹਰ ਨਿਕਲੋ, ਭਾਈ ਸਾਹਿਬ ਬਾਹਰ, ਚਲੋ ਬਈ ਚਲੋ ਬਈ। ਹੁਣ ਕੀ ਕਰੀਏ? ਅਸੀਂ ਤਾਂ ਵਧੀਆ ਢੰਗ ਨਾਲ ਰਾਤ ਨੂੰ ਨਹਾਓ। ਅਸੀਂ ਕਿੱਦਾਂ ਕਰਦੇ ਸੀ? 12 ਵਜੇ ਤੱਕ ਪ੍ਰਕਰਮਾਂ 'ਚ ਪਏ ਰਹੇ, ਜਦੋਂ ਉਹ ਘੰਟਾ ਖੜਕੇ ਇੱਕ ਜਣੇ ਜਾਗਦਾ ਰੱਖਦੇ, ਉਹ ਵੀ 12 ਵਜੇ ਠਾਲਦੀ ਭੱਜ ਕੇ ਟੂਟੀਆਂ ਦੇ। 12:15 ਵਜੇ ਨੂੰ ਸਰੋਵਰ 'ਚ ਹੁੰਦੇ ਸੀ, 12:15 ਤੋਂ ਲੈ ਕੇ 2 ਵਜੇ ਤੱਕ ਹੀ ਸਰੋਵਰ 'ਚ ਹੀ ਰਹਿਣਾ, ਟੁੱਬੇ ਲਾਈ ਜਾਣੇ, 5 ਬਾਣੀਆਂ ਪੂਰੀਆਂ ਕਰਕੇ ਹੀ ਨਿਕਲਣਾ। ਫਿਰ ਹੋਰ ਪਾਠ, ਫਿਰ ਹੋਰ। ਰਾਮਦਾਸ ਸਰੋਵਰ ਨਹਾਤੇ ਦੀ ਇੱਕ ਇੱਕ ਮਾਲਾ ਕਰ ਲਈ, ਮੂਲ ਮੰਤਰ ਦੀ ਮਾਲਾ ਵਿੱਚ ਕਰ ਲੈਣੀ। ਜਿਉਂ-ਜਿਉਂ ਆਪਾਂ ਉਹਦੇ ਵਿੱਚ ਮੂਲ ਮੰਤਰ ਕਰੋ, ਫਿਰ ਇੱਕ ਡੁੱਬਾ ਲਾ ਦਿਓ, ਫਿਰ ਮੂਲ ਮੰਤਰ ਕਰੋ, ਫਿਰ ਡੁੱਬਾ ਲਾ ਦਿਓ। ਬਹੁਤ ਸ਼ਕਤੀ ਹੈ ਜਲ ਦੇ ਵਿੱਚ, ਗੁਰੂ ਦਰਬਾਰ ਵੱਲ ਮੁੱਖ ਹੈ। ਧੰਨ ਗੁਰੂ ਰਾਮਦਾਸ, ਜਲ ਛਕੋ। ਇਸ ਪ੍ਰਕਾਰ ਜਿਹੜਾ ਸਾਡਾ ਇਹ ਜਿਹੜੇ ਗੁਰੂ ਘਰ 'ਚ ਦਿੱਤਾ, ਇਹ ਸਾਰੀ ਇੱਕ ਕਥਾਵਾਚਕ ਨੂੰ ਕਾਫੀ ਦੂਜੇ ਧਰਮਾਂ ਦਾ ਵੀ ਸਾਨੂੰ ਕਾਫੀ ਨੌਲੇਜ ਲੈਣੀ ਪੈਂਦੀ ਵੀ ਸਾਡੇ ਕੋਲ ਕੀ ਆ, ਉਹਦੇ ਬਰਾਬਰ ਉਹਦੇ ਕੋਲ ਕੀ ਆ, ਤੇ ਉਹਦੇ ਕੋਲ ਕੀ ਆ। ਇੱਦਾਂ ਇੱਦਾਂ ਕਰਕੇ ਅਲੱਗ-ਅਲੱਗ ਸਿਸਟਮ। ਲੇਟੈਸਟ ਸਿਸਟਮ ਹੈ ਜਲ ਦਾ। ਪਹਿਲਿਆਂ ਟਾਈਮਾਂ ਦੇ ਵਿੱਚ ਹੁੰਦਾ ਜੀ ਆ ਜਿਹੜਾ ਈਸਾਈਆਂ ਦੇ ਉਹ ਘੜਿਆਲ ਜਿਹਾ ਵੱਜਦਾ ਵੱਡਾ ਸਾਰਾ, ਟਨ ਟਨ ਕਰਦਾ ਜਿਹੜਾ, ਉਹ ਜਦੋਂ ਇੱਕ ਵਾਰ ਵੱਜਦਾ ਉਹ ਕਿੰਨੀ ਦੂਰ ਤੱਕ ਉਹਦੀਆਂ ਤਰੰਗਾਂ ਜਿਹੜੀਆਂ ਜਾਂਦੀਆਂ ਨੇ, ਇਹ ਸਫਾਈ ਹੋਈ ਕਰਦਾ। ਘੰਟਾ ਵੀ ਮੰਦਰ ਦਾ ਇਹੀ ਚੀਜ਼ ਕਰਦਾ, ਪਰ ਉਹ ਓਨਾ ਕੰਮ ਨਹੀਂ ਕਰਦਾ ਜਿੰਨਾ ਕੰਮ ਜਲ ਕਰਦਾ। 5 ਤੱਤਾਂ ਵਿੱਚੋਂ ਸਭ ਤੋਂ ਵੱਧ ਸ਼ਕਤੀ ਸਾਇੰਸ ਵਾਲਿਆਂ ਨਿਆਣਿਆਂ ਨੂੰ ਪਤਾ ਹੈ। ਇਹਦੀ ਰਿਸਰਚ ਵੀ ਕੀਤੀ ਹੈ ਜਾਪਾਨ ਵਾਲਿਆਂ ਨੇ। ਪਾਣੀ ਦੇ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਣਾ, ਬੰਦਾ ਸਾਇੰਸਦਾਨ ਹੈ ਜਾਪਾਨ ਦਾ,
ਉਹਨੇ ਇਹ ਬੁੱਕ ਵੀ ਲਿਖੀ ਹੋਈ ਆ। ਬੁੱਕ ਮੈਂ ਕੋਲ ਰੱਖਦਾ ਹੁੰਦਾ ਸੀ ਅੱਗੇ, ਇਸ ਵਾਰ ਨਹੀਂ ਲਿਆਇਆ। ਉਹ ਕਹਿੰਦਾ ਮੈਂ ਪਾਣੀ ਦੇ ਕੋਲ ਬੈਠ ਕੇ ਸਾਹਮਣੇ ਰੱਖ ਕੇ ਪਾਣੀ ਨੂੰ ਬਹੁਤ ਬੁਰੀਆਂ ਬੁਰੀਆਂ ਗਾਲਾਂ ਕੱਢੀਆਂ ਉਹਨੂੰ ਪਾਣੀ ਨੂੰ। ਫਿਰ ਉਹ ਜਿਹੜਾ ਖੁਰਦਬੀਨ ਜੀ ਹੁੰਦੀ ਜਿਹਦਾ ਇੱਕ ਅੱਖ ਨਾਲ ਦੇਖਦੇ ਨੇ, ਕਹਿੰਦਾ ਉਹ ਨਾ ਦੇਖਿਆ ਪਾਣੀ ਦੇ ਸੈੱਲਾਂ ਦਾ ਰੰਗ ਬਦਲ ਗਿਆ, ਉਹ ਕਾਲਾ ਹੋ ਗਿਆ, ਸੈੱਲ ਟੁੱਟ ਗਏ, ਰੁੱਖੇ ਰੁੱਖੇ ਜੇ ਹੋ ਗਏ, ਜਿੱਦਾਂ ਕੋਈ ਬੰਦਾ ਰੁੱਸ ਜਾਂਦਾ, ਜਿਹਦਾ ਬਹੁਤ ਗੁੱਸਾ ਕਰਦਾ। ਉਹ ਕਹਿੰਦਾ ਫਿਰ ਮੈਂ ਅੱਧਾ ਘੰਟਾ ਉਹਦੇ ਕੋਲ ਬੈਠ ਕੇ ਰੱਬ ਦੇ ਗੁਣ ਗਾਇਨ ਕੀਤੇ। ਕਹਿੰਦਾ ਉਹੀ ਪਾਣੀ ਦੇ ਸੈੱਲ ਰੰਗ ਬਰੰਗੇ ਹੋ ਕੇ ਫੁੱਲਾਂ ਵਰਗੇ ਹੋ ਗਏ, ਸੋਹਣੇ ਜੁੜ ਗਏ ਆਪਸ ਵਿੱਚ। ਉਹੀ ਜਲ ਜਿਹੜਾ ਸੀ ਖਿੜ ਗਿਆ, ਪਾਣੀ ਖਿੜ ਗਿਆ। ਉਹ ਇੱਕ ਬੰਦਾ ਜਾਪਾਨ ਦਾ ਹੈ, ਉਹ ਹਲੇ ਉਹਨੇ ਅੰਮ੍ਰਿਤਧਾਰੀ ਨਹੀਂ ਹੈ, ਉਹ ਸਿਰਫ ਉਹਨੇ ਗੌੜ ਦੀ ਸਿਫਤ ਕੀਤੀ ਹੈ ਤੇ ਗਾਲਾਂ ਕੱਢੀਆਂ ਨੇ। ਉੱਥੇ ਉਹ ਪ੍ਰੈਕਟੀਕਲ ਕਰਕੇ ਸਾਨੂੰ ਦੱਸਦਾ ਉਹ ਜਲ ਵਿੱਚ ਬੜੀ ਤਾਕਤ ਹੈ। ਜਿਸ ਹਰਿਮੰਦਰ ਸਾਹਿਬ ਦੇ ਜਲ ਦੇ ਵਿਚਕਾਰ 24 ਘੰਟੇ ਬਾਣੀ ਦਾ ਪ੍ਰਵਾਹ ਚੱਲਦਾ, ਕਿਤੇ ਉਹ ਜਲ ਟੈਸਟ ਕਰਕੇ ਦੇਖਿਓ। ਜਿਹੜਾ ਫਿਲਟਰ ਜੇ ਲਾਏ ਨੇ, ਇਹ ਤਾਂ ਅੱਜ ਕੱਲ੍ਹ ਦੇ ਨਿਆਣਿਆਂ ਵਾਲੇ ਕੰਮ ਹੈ। USA ਤੋਂ ਇੱਕ ਡਾਕਟਰ ਆਉਂਦਾ ਹਰ ਸਾਲ, ਅੰਗਰੇਜ਼ ਗੋਰਾ, ਉਹ ਕਹਿੰਦਾ ਮੈਂ ਹਰ ਸਾਲ ਜਾਂਦਾ ਤੇ ਉਹ ਕਿੰਨੀ ਜਲਦੀ ਸਰੋਵਰ ਚੋਂ ਲੈ ਕੇ ਜਾਂਦਾ। ਕਹਿੰਦਾ ਮੈਂ ਟੈਸਟ ਕੀਤਾ, ਬਿਲਕੁਲ ਸਹੀ ਜਲ ਹੈ। ਕਹਿੰਦਾ ਇਹ ਤੇ ਗਲਤ ਗੱਲਾਂ ਵੀ ਇਹਨੂੰ ਫਿਲਟਰ ਕਰਨਾ। ਕਹਿੰਦਾ ਮੈਂ ਕੀ ਕਰਦਾ, ਰੋਜ਼ ਆਪਣੇ ਬੱਚਿਆਂ ਨੂੰ ਵੀ ਸਿਰਫ ਡ੍ਰੌਪਰ ਨਾਲ ਇੱਕ ਇੱਕ ਬੂੰਦ ਰੋਜ਼ ਪਾਣੀ 'ਚ ਪਾ ਕੇ ਪਿਆਉਣਾ ਉਹਨਾਂ ਨੂੰ। ਕਹਿੰਦਾ ਔਰ ਬੱਚੇ ਅਰੋਗ ਨੇ, ਬਿਲਕੁਲ ਸਹੀ ਨੇ। ਕਹਿੰਦਾ ਇਹ ਪਵਿੱਤਰ ਅੰਮ੍ਰਿਤ ਜਲ ਹੈ। ਡਾਕਟਰਾਂ ਨੇ ਲੜਕੀ ਭੇਜੀ USA ਤੋਂ, ਕਹਿੰਦੇ ਹੁਣ ਤੇਰੇ ਮਹੀਨੇ ਰਹਿ ਗਏ 6, ਕੈਂਸਰ ਦੀ ਲਾਸਟ ਸਟੇਜ, ਹੁਣ ਨਹੀਂ ਤੂੰ ਬਚਣਾ, ਜਾਂ ਉਦੋਂ ਪਹਿਲੀ ਇੱਕ ਸਟੇਜ ਹੋ ਸਕਦੀ। ਕਹਿੰਦਾ ਤੂੰ ਮੈਂ ਤੈਨੂੰ ਦੱਸਦਾ ਗੱਲ, ਤੂੰ ਅੰਮ੍ਰਿਤਸਰ ਦਰਬਾਰ ਸਾਹਿਬ ਚਲੀ ਜਾ, ਉੱਥੇ ਕਮਰਾ ਲੈ ਕੇ ਘਰਦਿਆਂ ਨੂੰ ਲੈ ਕੇ ਰਹਿ, ਰੋਜ਼ ਜਲ ਵਿੱਚ ਸਣੇ ਕੇਸੀ ਟੁੱਬਾ ਲਾ ਕੇ ਆਉਣਾ, ਤੇ ਤੂੰ 24 ਘੰਟੇ 'ਚ ਇੱਕ ਵਾਰ ਰੋਟੀ ਖਾਣੀ, ਵਾਹਿਗੁਰੂ ਵਾਹਿਗੁਰੂ ਕਰੀ ਜਾਣਾ, ਬਸ ਕੋਈ ਇਲਾਜ ਨਹੀਂ ਹੈ ਤੇਰਾ। ਜਦੋਂ 6 ਮਹੀਨਿਆਂ ਬਾਅਦ ਵਾਪਸ ਆਉਂਦੀ ਤਾਂ ਕੈਂਸਰ ਦਾ ਨਾਂ ਨਿਸ਼ਾਨ ਵੀ ਨਹੀਂ ਹੈ ਉੱਥੇ। ਤੁਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਨੂੰ, ਆਪਣੀ ਬਾਣੀ ਨੂੰ, ਆਪਣੀ ਪਾਵਰ ਨੂੰ ਨਹੀਂ ਪਛਾਣਿਆ। ਤੁਹਾਡੇ ਕੋਲ ਕਿੰਨੀ ਪਾਵਰ ਹੈ। ਜਿਨ੍ਹਾਂ ਕੰਮਾਂ ਲਈ ਤੁਸੀਂ ਸਵੇਰ ਤੋਂ ਸ਼ਾਮ ਤੱਕ ਭੱਜੇ ਫਿਰਦੇ ਹੋ, ਜਿਨ੍ਹਾਂ ਕੰਮਾਂ ਲਈ ਤੁਸੀਂ ਇੰਡੀਆ ਛੱਡ ਕੇ ਇੱਥੇ ਆਏ ਹੋ, ਕਾਹਦੇ ਲਈ ਆਏ ਹੋ? ਮੇਨ ਮਕਸਦ ਤਾਂ ਹਰ ਇੱਕ ਦਾ ਹੈ ਪੈਸਾ। ਸਾਡੇ ਕੋਲ ਪੈਸਾ, ਬਸ ਜਿਸ ਕੰਮ ਲਈ ਆਪਾਂ ਸੰਸਾਰ ਅੰਦਰ ਭੱਜੇ, ਮੇਰਾ ਕੰਮ ਬਣ ਜੇ, ਮੇਰਾ ਕੰਮ ਬਣ ਜੇ, ਮੇਰਾ ਉਹ ਕੰਮ ਬਣ ਜੇ, ਉਹ ਸਾਰੇ ਕੰਮਾਂ ਦਾ ਸਿਰਾ ਹੈ ਮਹਾਰਾਜ। ਇਹ ਬੰਦਗੀ ਨਾਲ ਸੁਭਾਵਕ ਹੀ ਸਭ ਕੁਝ ਬਣਦਾ ਹੈ। ਮੂਲ ਮੰਤਰ, ਗੁਰਮੰਤਰ ਦਾ ਅਭਿਆਸ, ਜਪਜੀ ਸਾਹਿਬ, ਸੁਖਮਨੀ ਸਾਹਿਬ ਦਾ ਪਾਠ, ਜਿੰਨੀ ਵੀ ਬਾਣੀ ਬਖਸ਼ੀ ਹੈ, ਮਹਾਰਾਜ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਬਖਸ਼ਿਸ਼ ਕੀਤੀ ਹੈ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੇ। ਅੰਮ੍ਰਿਤ ਸਰੋਵਰ ਦੇ ਵਿੱਚ ਟੁੱਬੇ ਲਾਉਣੇ, ਸਣੇ ਕੇਸੀ। ਬੜੀ ਕਿਰਪਾ ਮਹਾਰਾਜ ਸੱਚੇ ਪਾਤਸ਼ਾਹ ਕਰਦੇ। ਜਿਹੜੇ ਹੁਣ ਇਹਦੇ 'ਚ 2 ਟਾਈਪ ਦੇ ਬੰਦੇ, ਇੱਕ ਦੈਂਤ ਬਿਰਤੀ ਹੈ, ਇੱਕ ਦੇਵਤਾ ਬਿਰਤੀ। ਹੁਣ ਅਸੀਂ ਪਹਿਲੀ ਵਾਰ ਜਦੋਂ ਦਾਸ ਅੰਮ੍ਰਿਤ ਸੰਚਾਰ ਦੇ ਸਰ ਪਹਿਰੇਦਾਰ ਲੱਗਣਾ ਸੀ, ਇੰਨੇ ਖੁਸ਼ ਮੈਨੂੰ ਪਹਿਰੇਦਾਰ ਦੀ ਡਿਊਟੀ ਮਿਲੀ। ਤਰਨ ਤਾਰਨ ਸਾਹਿਬ ਅੰਮ੍ਰਿਤ ਛਕਾਉਣਾ ਸੀ। ਟਕਸਾਲ ਦੇ ਸਿੰਘਾਂ ਨੇ ਜਦੋਂ 1974 ਦੀ ਗੱਲ, ਮੈਂ ਕਿਹਾ ਤੂੰ ਪਹਿਰੇਦਾਰ ਲੱਗਣਾ ਉੱਥੇ, ਮੈਨੂੰ ਚੋਲਾ ਪਾਤਾ ਪੀਲਾ, ਮੈਂ ਬੜਾ ਖੁਸ਼ ਪਹਿਰੇਦਾਰ ਬਣ। ਹੁਣ ਆ ਵੀ ਅੰਦਰ ਨਹੀਂ ਆਉਣ ਦੇਣਾ ਕਿਸੇ ਨੂੰ। 2 ਨੌਜਵਾਨ ਆਏ, ਅੰਦਰ ਜਾਣ ਨਹੀਂ, ਅੰਦਰ ਅੰਮ੍ਰਿਤ ਸੰਚਾਰ ਹੋ ਰਿਹਾ। ਉਹ ਕਹਿੰਦੇ ਨਹੀਂ ਅਸੀਂ ਅੰਦਰ ਜਾਣਾ। ਮੈਂ ਕਿਹਾ ਨਹੀਂ ਦੇਵਤਿਓ, ਅੰਦਰ ਨਹੀਂ ਜਾਣਾ, ਬਾਹਰ ਰਹੋ। ਮੇਰੇ ਮੂੰਹ ਚੋਂ ਨਹੀਂ। ਲਓ ਜੀ, ਦੇਵਤੇ ਕਿਤੇ ਵੱਡੇ ਹੁੰਦੇ ਨੇ, ਸਿੱਖ ਵੱਡਾ ਹੁੰਦਾ। ਚਲੋ ਮੈਨੂੰ ਪੰਗਤੀ ਯਾਦ ਸੀ, ਮੈਂ ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਮਸਾਂ ਮੈਂ ਵਾਪਸ ਮੁੜ। ਪਰ ਗੱਲ ਤੇ ਕਹਿਣ ਦੀ ਇਹ ਹੈ ਕਿ ਦੇਵ ਬਿਰਤੀ ਹੁੰਦੀ ਹੈ ਤੇ ਦੈਂਤ ਬਿਰਤੀ ਹੁੰਦੀ ਹੈ। ਇਹ 2 ਪ੍ਰਕਾਰ ਦੀਆਂ ਬਿਰਤੀਆਂ ਨੇ। ਹੁੰਦੇ ਤਾਂ ਬੰਦਿਆਂ ਵਰਗੇ ਹੀ ਨੇ, ਕਿ ਉਹਨਾਂ ਦੇ ਸਿਰ ਤੇ ਸਿੰਗ ਲੱਗੇ ਹੁੰਦੇ ਨੇ, ਬੰਦੇ ਹੀ ਹੁੰਦੇ ਨੇ,
ਇੱਕ ਬੰਦਾ ਉਹ ਕਹਿੰਦਾ ਮੈਂ ਤਾਂ ਰੱਜ ਕੇ ਸ਼ਰਾਬ ਪੀਣੀ, ਰੱਜ ਕੇ ਮੀਟ ਖਾਣਾ, ਰੱਜ ਕੇ ਆ ਖਾਣਾ, ਬਾ ਪੁੱਠੇ ਕੰਮ ਕਰਨੇ, ਉਹ ਦੈਂਤ ਬਿਰਤੀ 'ਚ ਸ਼ਾਮਲ ਹੈ। ਬੇਸਵਾਵਾਂ ਕੋਲ ਜਾਣਾ, ਲੜਾਈ ਝਗੜੇ ਕਰਨੇ, ਤਮੋ ਗੁਣੀ। ਇੱਕ ਬੰਦੇ ਉਹ ਨੇ ਜਿਹੜੇ ਦੇਵ ਬਿਰਤੀ ਨੇ, ਸ਼ਾਂਤ ਚਿੱਤ ਨੇ, ਲੜਾਈ ਝਗੜਾ ਨਹੀਂ, ਹਮੇਸ਼ਾ ਬੰਦਗੀ ਕਰਦੇ ਰਹਿਣਾ, ਉਹਨਾਂ ਦਾ ਕਰਮ ਹੈ ਪੁੰਨ ਕਰਨਾ, ਦੈਂਤਾਂ ਦਾ ਕੰਮ ਹੈ ਪਾਪ ਕਰਨਾ। ਹੁਣ ਇਹ ਦੋ ਪ੍ਰਕਾਰ ਦੇ ਜਿਹੜੇ ਸੰਸਾਰ ਦੇ ਇੱਕ ਬਿਰਤੀ ਹੈ ਜੀਵਾਂ ਦੀ, ਤੇ ਉਹ ਬਿਰਤੀ ਸਤਿਗੁਰੂ ਨੇ ਸਾਨੂੰ ਸਾਰਿਆਂ ਨੂੰ ਦੇਵ ਬਿਰਤੀ 'ਚ ਬਣਾਇਆ। ਦੇਵ ਦਾ ਮਤਲਬ ਦੇਵਤਾ ਨਹੀਂ, ਦੇਵ ਦਾ ਹੁਣ ਅੱਖਰ ਕੀ ਹੈ? ਦੇਵ ਦਾ ਮਤਲਬ ਹੈ ਪ੍ਰਕਾਸ਼। ਗੁਰ ਨਾਨਕ ਦੇਵ ਜੀ। ਸੋ ਇਹ ਦੇਵ ਦਾ ਅਰਥ ਇਹ ਨਹੀਂ, ਦੇਵ ਮਤਲਬ ਕਿ ਪ੍ਰਕਾਸ਼। ਤੇ ਦਿਵ ਦ੍ਰਿਸ਼ਟੀ ਜਦੋਂ ਖੁੱਲ੍ਹਦੀ ਹੈ ਤਾਂ ਪ੍ਰਕਾਸ਼ ਹੀ ਦਿਖਦਾ। ਤਾਂ ਆਪਾਂ ਸਾਰੇ ਜਾਣੇ ਇਸ ਗੱਲ ਦਾ ਖਿਆਲ ਰੱਖੋ, ਜਿਸ ਬੰਦੇ ਦੇ ਅੰਦਰ ਮਾੜੀਆਂ ਭਾਵਨਾਵਾਂ ਪੈਦਾ ਹੁੰਦੀਆਂ ਨੇ ਸੰਸਾਰ ਦੇ ਅੰਦਰ, ਉਹਦੇ ਅੰਦਰ ਦੈਂਤ ਬਿਰਤੀ ਕਰਮ ਕਰ ਰਹੀ ਹੈ, ਮਾੜਾ ਖਾਣ ਨੂੰ ਜੀ ਕਰਦਾ ਹੈ। ਤੇ ਜਿਸ ਬੰਦੇ ਦਾ ਕੰਮ ਹੈ ਕਿ ਪੁੰਨ ਕਰਨੇ, ਚੰਗੇ ਕੰਮ ਕਰਨੇ, ਬਾਣੀ ਪੜ੍ਹਨੀ, ਸੇਵਾ ਕਰਨੀ, ਉਹ ਦੇਵ ਬਿਰਤੀ 'ਚ ਆ ਜਾਂਦਾ ਸੰਸਾਰ ਦੇ ਅੰਦਰ। ਤਾਂ ਮਹਾਰਾਜ ਨੇ ਆਪਾਂ ਨੂੰ ਦੇਵ ਬਿਰਤੀ 'ਚ ਬਣਾਇਆ। ਹੁਣ ਅੰਦਰ ਸਾਡੇ ਕਈ ਵਾਰ ਮਾੜੀਆਂ ਭਾਵਨਾਵਾਂ ਖੜੀਆਂ ਹੋ ਜਾਂਦੀਆਂ ਨੇ, ਉਹਦੇ ਲਈ ਆਪਾਂ ਬੇਨਤੀ ਕਰਨੀ, ਮਹਾਰਾਜ ਇਹ ਮਾੜੀਆਂ ਭਾਵਨਾ ਆਈ ਜਾਂਦੀਆਂ ਸਾਡੇ ਅੰਦਰ, ਇਹਨਾਂ ਤੋਂ ਬਚਾਓ। ਸਤਿਗੁਰੂ ਜੀ ਨੇ ਅੰਮ੍ਰਿਤ ਛਕਾ ਕੇ ਦੇਵ ਬਿਰਤੀ ਵਾਲਾ ਜੀਵ ਨੂੰ ਬਣਾਇਆ, ਦੈਂਤ ਬਿਰਤੀ ਤੋਂ ਸਾਨੂੰ ਹਟਾਇਆ। ਦੈਂਤ ਬਿਰਤੀ ਵਾਲੇ ਕਰਮ ਨਹੀਂ ਕਰਨੇ ਆਪਾਂ ਨੇ। ਤਾਂ ਤੇ ਹੁਣ ਆਪਾਂ ਸਤਿਗੁਰੂ ਮਹਾਰਾਜ ਦੀ ਬਾਣੀ ਨੂੰ ਪੜ੍ਹ ਪੜ੍ਹ ਕੇ ਉਹ ਜਿਹੜੀ ਅੰਦਰ ਮਾੜੀਆਂ ਭਾਵਨਾਵਾਂ ਹੁੰਦੀਆਂ, ਬਾਣੀ ਉਹਨਾਂ ਭਾਵਨਾਵਾਂ ਨੂੰ ਸਮਾਪਤ ਕਰ ਦਿੰਦੀ। ਪ੍ਰੈਕਟੀਕਲ ਲਾਈਫ ਕਰੋ, ਕਿਸੇ ਇੱਧਰ ਉੱਧਰ ਹੁਣ ਆਖੇ ਲੱਗਣਾ। ਹੁਣ ਜਦੋਂ ਅਸੀਂ ਕਹਿੰਦੇ ਹਾਂ ਮਹੀਨੇ ਪਾਠ ਕਰੋ, ਕਈ ਲੋਕ ਕਹਿਣਗੇ ਲੈ ਇੰਨੇ ਪਾਠਾਂ ਦੀ ਕੀ ਲੋੜ ਹੈ। ਇਹ ਹੈਗੀ ਦੈਂਤ ਬਿਰਤੀ। ਮੇਰੇ ਆਪਣੇ ਨਿੱਜੀ ਪ੍ਰੈਕਟੀਕਲ 'ਚ ਮੈਂ ਦੱਸਦਾ ਤੁਹਾਨੂੰ, ਆ ਜਦੋਂ ਜਵਾਨੀ 'ਚ ਵਿਸ਼ੇ ਵਿਕਾਰ ਬਹੁਤ ਤੰਗ ਕਰਦੇ, ਕਿਉਂਕਿ 101 ਜਪਜੀ ਸਾਹਿਬ ਹਜ਼ੂਰ ਸਾਹਿਬ ਸ਼ੁਰੂ ਕੀਤੀ, 3 ਕੁ ਦਿਨ ਮਨ ਥੋੜ੍ਹਾ ਜਿਹਾ ਇੱਦਾਂ ਸੀ, ਚੌਥੇ ਦਿਨ ਨੂੰ ਇਹ ਜਾ ਕੇ ਭੁੱਲ ਹੀ ਗਿਆ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੁੰਦੇ ਕੀ ਹੈ। 40ਵੇਂ ਦਿਨ ਜਾ ਕੇ ਜਦੋਂ ਜਪਜੀ ਸਾਹਿਬ ਦਾ ਭੋਗ ਪਾਇਆ ਸੀ, ਬਿਲਕੁਲ ਸਰੀਰ ਠੰਡਾ ਹੋ ਜਾਂਦਾ, ਠਰ ਜਾਂਦਾ, ਬਸ ਸੰਕਲਪ ਵੀ ਬੰਦ ਹੋ ਜਾਂਦੇ ਨੇ। ਮਾੜੀਆਂ ਆਦਤਾਂ, ਮਾੜਾਪਣ ਜਿਹੜਾ ਅੰਦਰੋਂ ਉੱਠਦਾ ਧੂਆਂ ਜਿਹਾ ਹਰ ਵਕਤ ਸੰਕਲਪ ਵਿਕਲਪ ਦਾ, ਉਹ ਵੀ ਬਸ ਖਤਮ। ਇਹ 25 ਕੁ ਪਾਠਾਂ ਨਾਲ ਵੀ ਹੋ ਜਾਂਦਾ, 25 ਕੁ ਜਪਜੀ ਸਾਹਿਬ ਦੇ ਪਾਠ। ਕਿਉਂਕਿ ਜਿੰਨਾ ਪਾਠ ਹੋਏ, ਹੁਣ ਇੱਥੇ ਗੁਰੂ ਘਰ ਹੈ, ਇੱਥੇ ਦੀ ਇੱਕ ਰੂਟੀਨ, ਹਰਿਮੰਦਰ ਸਾਹਿਬ ਦੀ ਰੂਟੀਨ। ਹਰਿਮੰਦਰ ਸਾਹਿਬ ਰੋਜ਼ ਆਸਾ ਦੀ ਵਾਰ ਹੁੰਦੀ ਨਾ, ਸਵੇਰੇ ਸ਼ਬਦ ਹੁੰਦੇ ਨੇ, ਪ੍ਰਕਾਸ਼ ਰੋਜ਼ ਹੁੰਦਾ ਹੈ, ਸ਼ਾਮ ਤੱਕ ਫਿਰ ਰਹਿਰਾਸ, ਫਿਰ ਸੋਹਿਲਾ ਸਾਹਿਬ, ਫਿਰ ਸੁਖਾਸਣ, ਡੇਲੀ ਉਹੀ ਰੂਟੀਨ ਚੱਲਦੀ ਹੈ। ਹਰਿਮੰਦਰ ਸਾਹਿਬ ਦੇ ਵਿੱਚ ਆਸਾ ਦੀ ਵਾਰ ਹੁੰਦਿਆਂ ਕਿੰਨੇ 100 ਸਾਲ ਹੋ ਗਏ। ਆਪਾਂ ਕਹਿੰਦੇ ਹਾਂ ਹਰਿਮੰਦਰ ਸਾਹਿਬ ਗਏ, ਸ਼ਾਂਤੀ ਆ ਗਈ। ਕਿਉਂ ਆ ਗਈ ਤੁਹਾਨੂੰ ਸ਼ਾਂਤੀ? ਕਿਉਂਕਿ ਉੱਥੇ ਰੋਜ਼ ਨਿਤਾ ਪ੍ਰਤੀ ਨਿਤਨੇਮ ਤੇ ਕਿੰਨੇ ਗੁਰਸਿੱਖ ਬਾਣੀ ਪੜ੍ਹਦੇ, ਕਿੰਨੇ ਅਖੰਡ ਪਾਠ ਸਾਹਿਬ ਹੁੰਦੇ, ਟਿਕਾਓ ਬਣ ਜਾਂਦਾ ਇੱਕ। ਇਸੇ ਤਰ੍ਹਾਂ ਜਿੱਥੇ ਗੁਰੂ ਘਰ ਦੇ ਵਿੱਚ ਵਾਈਬ੍ਰੇਸ਼ਨ ਹੁੰਦੀ ਇੱਕ, ਕਈ ਥਾਵਾਂ ਤੇ ਉਹ ਕਾਫੀ ਹੁੰਦੀ, ਕਈਆਂ ਤੇ ਘੱਟ ਹੁੰਦੀ, ਇਹ ਮਰਿਆਦਾ ਦਾ ਹਿਸਾਬ ਹੈ। ਕਈ ਚੀਜ਼ਾਂ ਨੇ, ਜੇ ਆਸਟ੍ਰੇਲੀਆ ਵਿੱਚ ਇਸ ਵਾਈਬ੍ਰੇਸ਼ਨ ਨੂੰ ਤੁਸੀਂ ਦੇਖਣਾ ਹੋਵੇ ਕਦੇ, ਜਿੱਥੇ ਹੁਣ ਦਾਸ ਕਥਾ ਕਰ ਰਿਹਾ ਮਿੰਟੋ, ਟਕਸਾਲ ਮਾਤਾ ਸਾਹਿਬ ਕੌਰ, ਉੱਥੇ ਕਦੇ ਆਇਓ ਤੁਸੀਂ, ਆਓਗੇ ਨਾ ਤੁਸੀਂ, ਜਦੋਂ ਐਂਟਰ ਕਰੋਗੇ, ਐਂਟਰ ਕਰਦੇ ਹੀ ਤੁਹਾਨੂੰ ਫੀਲਿੰਗ ਹੋ ਜਾਊਗੀ ਕੁਛ ਗੱਲ ਹੈ ਕੋਈ। ਐਂਟਰ ਕਰਦੇ ਹੀ ਇੱਕ ਐਸੀ ਅਜੀਬ ਜੀ ਬਖਸ਼ਿਸ਼ ਹੁੰਦੀ ਹੈ ਮਹਾਰਾਜ ਦੀ ਕਿਰਪਾ ਨਾਲ।
ਉੱਥੇ ਕੀਰਤਨ ਕਰੋ, ਉਹਨੂੰ ਅਜੀਬ ਜੀ ਲੱਗੂ ਗੱਲ। ਕਿਉਂ? ਕਈ ਥਾਈਂ ਕੁਛ ਐਸੀਆਂ ਚੀਜ਼ਾਂ ਹੁੰਦੀਆਂ, ਮੇਰੇ ਵਿਚਾਰ ਅਨੁਸਾਰ ਕਈ ਥਾਂ ਐਸੇ ਵੀ ਨੇ ਜਿਹੜੇ ਜਿੱਥੇ ਪਹਿਲਾਂ ਕਦੇ ਸਤਿਯੁਗ ਵਿੱਚ ਭਗਤੀ ਹੋਈ ਹੋ ਸਕਦੀ ਹੈ। ਕਈ ਵਾਰੀ ਇਸ ਤਰ੍ਹਾਂ ਵੀ ਪਿੱਛੋਂ ਤੁਸੀਂ ਕਹੋਗੇ ਉੱਥੇ ਕਿਵੇਂ ਹੋ ਗਿਆ ਹੈ। ਇਸੇ ਤਰ੍ਹਾਂ ਜਿਹੜੇ ਸਾਡੇ ਸਥਾਨ ਜਿੱਥੇ ਹਜੂਰ ਸਾਹਿਬ ਹੈ, ਹਰਿਮੰਦਰ ਸਾਹਿਬ ਹੈ, ਇੰਨੀ ਕਮਾਈ ਹੋਈ ਵੀ ਇੱਥੇ ਸਤਿਯੁਗ ਤੋਂ। 10ਵੇਂ ਪਾਤਸ਼ਾਹ ਨੇ ਬਾਬਾ ਨਿਧਾਨ ਸਿੰਘ ਦੇ ਸਥਾਨ ਤੇ ਪਿਛਲੇ ਪਾਸੇ ਨਗੀਨਾ ਘਾਟ ਤੋਂ ਖੜ ਕੇ ਜਦ ਖਪਰਾ ਤੀਰ ਛੱਡਿਆ, ਜਦੋਂ ਮੁਸਲਮਾਨਾਂ ਦੇ ਘਰ ਜਾ ਕੇ ਡਿੱਗਿਆ, ਗੜ ਗਿਆ, ਸਤਿਗੁਰੂ ਜੀ ਪਹੁੰਚ ਗਏ, ਕਹਿੰਦੇ ਇਹ ਥਾਂ ਸਾਡਾ। ਉਹ ਕਹਿੰਦੇ ਤੁਹਾਡਾ ਕਿਵੇਂ, ਇੱਥੇ ਤਾਂ ਘਰ ਸੀ। ਮਹਾਰਾਜ ਕਹਿੰਦੇ ਇੱਥੋਂ ਪੱਟੋ। ਲਿਆ ਕੇ ਕਈਆਂ ਜਾਂ ਥਾਂ ਪੱਟੀ ਗਏ, ਕਾਫੀ 12-14 ਫੁੱਟ ਡੂੰਘੇ ਜਾ ਕੇ ਉੱਥੋਂ ਹੌਲੀ ਹੌਲੀ ਉਹ ਸਮਾਨ ਪਿਛਲਾ ਨਿਕਲਿਆ ਸਤਿਯੁਗ ਵੇਲੇ ਦਾ। ਆਹ ਮਹਾਰਾਜ ਕਹਿੰਦੇ ਸਾਡਾ ਸਮਾਨ। ਅਸੀਂ ਇੱਥੇ ਤਪ ਕਰਦੇ ਰਹੇ, ਗੋਦਾਵਰੀ ਦੁੱਧ ਦੀ ਵਗਦੀ ਸੀ ਜਦੋਂ ਇੱਥੇ ਬਹਿ ਕੇ ਬੜੇ ਬੜੇ ਦੇਵਤੇ ਤਪੱਸਿਆ ਕਰਦੇ ਸੀ। ਮਹਾਰਾਜ ਕਹਿੰਦੇ ਉਦੋਂ ਅਸੀਂ ਵੀ ਇੱਥੇ ਤਪੱਸਿਆ ਕੀਤੀ, ਸਾਡਾ ਥਾਂ ਹੈ। ਉਹ ਉਹਨਾਂ ਨੇ ਕੁਛ ਨਹੀਂ ਪੁੱਛਿਆ, ਉਹ ਚੁੱਪ ਕਰਕੇ ਛੱਡ ਕੇ ਬਾਹਰ ਨਿਕਲ ਗਏ ਵੀ ਜੀ ਤੁਹਾਡਾ ਜੀ। ਪਰ ਮਹਾਰਾਜ ਸਾਡੀ ਰੋਟੀ ਕਿਵੇਂ ਚੱਲੂ? ਗੁਰਾਂ ਨੇ ਉਹਨਾਂ ਨੂੰ ਹੁਕਮਨਾਮਾ ਲਿਖ ਦਿੱਤਾ ਕਿ ਹਜੂਰ ਸਾਹਿਬ ਜਿਹੜਾ ਸਿੱਖ ਆਵੇ ਇਹਨਾਂ ਨੂੰ ਮਾਇਆ ਦੇਵੇ। ਬੜੇ ਸਾਲ ਅਸੀਂ ਜਾਂਦੇ ਰਹੇ, ਇਸ ਵਾਰੀ ਉਹ ਬਜ਼ੁਰਗ ਨਹੀਂ ਮਿਲਿਆ ਸਾਨੂੰ, ਪਤਾ ਨਹੀਂ ਚੜ੍ਹਾਈ ਕਰ ਗਿਆ ਗਾਂ, ਹੁਣ ਉਹਦੇ ਗਾਂ ਜਾਂ ਬੱਚੇ ਸ਼ਾਇਦ ਕਮਾਉਣ ਲੱਗ ਗਏ ਕਿ ਨਹੀਂ। ਤੇ ਪਰ ਉਹ ਹਰ ਵਾਰੀ ਸਾਨੂੰ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੂੰ, ਸੰਤ ਜਰਨੈਲ ਸਿੰਘ ਜੀ ਖਾਲਸਾ ਨੂੰ, ਪਹਿਲਿਆਂ ਨੂੰ ਉਹ ਹੁਕਮਨਾਮਾ ਦਿਖਾਉਂਦਾ ਵੀ ਇਹ 10ਵੇਂ ਪਾਤਸ਼ਾਹ ਦਾ ਹੁਕਮਨਾਮੇ ਦੀ ਫੋਟੋ ਸਟੇਟ ਕਰਾਈ ਸੀ। ਮਹਾਰਾਜ ਨੇ ਉਹ 'ਚ ਲਿਖਿਆ ਵੀ ਇਹ ਪਰਿਵਾਰ ਦੀ ਖਾਲਸਾ ਮਦਦ ਕਰੇ, ਕਿਉਂਕਿ ਇਹ ਥਾਂ ਇਹਨਾਂ ਨੇ ਸਾਨੂੰ ਦਿੱਤਾ। ਅਸੀਂ ਉਹਨਾਂ ਨੂੰ ਜਦ ਵੀ ਜਾਣਾ 100-200 ਰੁਪਈਆ ਸਾਰੀ ਸੰਗਤ ਹੀ ਦਿੰਦੀ ਸੀ ਉਹਨੂੰ। ਹਜੂਰ ਸਾਹਿਬ ਇੱਕ ਇਹੋ ਜਿਹੀ ਥਾਂ ਆ, ਜਦ ਵੀ ਤੁਸੀਂ ਜਾਓਗੇ ਤੁਸੀਂ ਖੁਦ ਪ੍ਰਤੀਤ ਕਰੋਗੇ ਹਜੂਰ ਸਾਹਿਬ ਤੋਂ ਤੁਹਾਡਾ ਆਉਣ ਨੂੰ ਮਨ ਨਹੀਂ ਕਰੂਗਾ। ਹਾਲਾਂਕਿ ਆਪਾਂ ਆਪਣੇ ਘਰ ਨੂੰ ਆਉਣਾ, ਪਰ ਖਾਲਸੇ ਦਾ ਘਰ ਉਹ ਹੈ, ਉੱਥੇ ਜਾ ਕੇ ਕਦੇ ਵੀ ਦਿਲ ਨਹੀਂ ਕਰਦਾ। ਟ੍ਰੇਨ 'ਚ ਚੜ੍ਹ ਕੇ ਵੀ ਜਦ ਤੱਕ ਗੁੰਬਜ ਦਿਖਦਾ ਰਹਿੰਦਾ, ਅਸੀਂ ਬਾਹਰ ਨੂੰ ਹੀ ਦੇਖਦੇ ਰਹਿੰਦੇ ਵੀ ਇੱਥੋਂ ਕਿਉਂ ਚੱਲੇ ਆ, ਇੱਥੇ ਹੀ ਘਰ ਪਾ ਲਈਏ, ਕਿਤੇ ਇੱਥੇ ਹੀ ਰਹਿ ਪਈਏ, ਇੱਥੇ ਹੀ ਮਹਾਰਾਜ ਰੱਖ ਲੈਣ ਸਾਨੂੰ ਸੱਚੇ ਪਾਤਸ਼ਾਹ। ਉੱਥੇ ਜਿਹੜੀ ਹਜੂਰ ਸਾਹਿਬ ਦੀ ਧਰਤੀ ਆ, ਉਹ ਇੱਥੇ ਇੰਨੀ ਕਮਾਈ ਹੋਈ ਵੀ ਹੈ, ਉੱਥੇ ਦੀ ਤਾਂ ਮਿੱਟੀ ਚੱਕ ਚੱਕ ਮੱਥੇ ਨੂੰ ਲਾਈ ਜਾਓ, ਇੰਨੀ ਕਮਾਈ ਹੈ ਉੱਥੇ। ਬੜੀ ਬਖਸ਼ਿਸ਼ ਹੈ ਮਹਾਰਾਜ ਦੀ। ਹਾਲ ਤਾਂ ਸਾਡੀ ਕੋਈ ਅਵਸਥਾ ਵੀ ਨਹੀਂ ਬਣੀ, ਕਿਉਂਕਿ ਕਥਾ ਤੇ ਡਿਊਟੀ ਹੈ ਨਾ, ਡਿਊਟੀ ਵਾਲੇ ਨੂੰ ਅਵਸਥਾ ਨਹੀਂ ਮਿਲਦੀ ਹੁੰਦੀ, ਫਿਰ ਅਵਸਥਾ ਮਿਲੀ ਤਾਂ ਫਿਰ ਕਥਾ ਨਹੀਂ ਹੋਣੀ। ਕਈਆਂ ਨੂੰ ਇਹ ਹੁੰਦਾ ਸ਼ਾਇਦ ਵੀ ਇਹ ਗੱਲਾਂ ਇੱਧਰਲੀਆਂ ਹੁੰਦੀਆਂ ਜਿਹੜੀ ਕਿਸੇ ਦਾ ਨਾਂ ਲੈ ਕੇ ਕਰਦਾ ਕਿ ਫਲਾਣੇ ਸਿੰਘ ਨੇ ਅਗਲੀ, ਨਹੀਂ, ਇਹ ਸੱਚਾਈ ਹੈ। ਕਿਉਂਕਿ ਕਥਾ ਕੀਰਤਨ ਉਦੋਂ ਤੱਕ ਹੀ ਹੁੰਦਾ ਜਦ ਤੱਕ ਸੁਰਤੀ ਨਹੀਂ ਜੁੜਦੀ। ਜਦ ਸੁਰਤੀ ਜੁੜਨ ਲੱਗ ਗਈ ਫਿਰ ਇਹ ਨਹੀਂ ਹੁੰਦੇ, ਫਿਰ ਬਖਸ਼ਿਸ਼ ਉਹ ਦੂਜੀ ਹੁੰਦੀ। ਕੋਈ ਹਲੇ ਕੋਈ ਇਹੋ ਜਿਹੀ ਗੱਲ ਨਹੀਂ ਸੀ। ਹਜੂਰ ਸਾਹਿਬ ਅਸੀਂ 1998 'ਚ ਇੱਕ ਵਾਰ ਗਏ, ਉਦੋਂ ਆਪਣਾ ਸੁਪਰਡੈਂਟ ਹੁੰਦਾ ਸੀ ਮੋਗੇ ਦਾ ਸਿੰਘ, ਕਮਰਾ ਤਖਤ ਸਾਹਿਬ ਵਾਲੇ ਪਾਸੇ ਉਹਨਾਂ ਨੇ ਸਾਨੂੰ ਦੇ ਦਿੱਤਾ। ਤੁਸੀਂ ਦੇਖੋ ਤਖਤ ਸਾਹਿਬ ਤੋਂ ਅਸੀਂ ਕਿੰਨੀ ਦੂਰ ਸੀ, ਜਿੱਧਰ ਦਫ਼ਤਰ ਵਾਲੇ ਪਾਸੇ ਲਾਈਨ ਆ ਕਮਰਿਆਂ ਦੀ। ਹਾਲਾਂਕਿ ਅਸੀਂ ਕਦੇ ਕੋਈ ਇਹੋ ਜਿਹੀ ਅਵਸਥਾ ਨਹੀਂ ਵੀ ਕੁਛ ਨਹੀਂ, ਉੱਥੋਂ ਲੈ ਕੇ ਵਾਈਬ੍ਰੇਸ਼ਨ ਸਾਡੇ ਤੱਕ ਪਹੁੰਚਦੀ ਸੀ, ਐਂ ਲੱਗਦਾ ਜਿਵੇਂ ਰੋਮਾਂ ਦੇ ਵਿੱਚ ਜਾਪ ਹੋ ਰਿਹਾ। ਇੰਨੀ ਬਖਸ਼ਿਸ਼ ਮਹਾਰਾਜ ਦੀ ਉੱਥੇ ਉਸ ਥਾਂ ਦੇ ਉੱਤੇ। ਕਿਉਂ? ਚੱਪੇ ਚੱਪੇ ਤੇ ਉੱਥੇ ਭਗਤੀ ਹੋਈ ਹੋਈ। ਮਾਤਾ ਸਾਹਿਬ ਕੌਰ ਦਾ ਸਥਾਨ, 10ਵੇਂ ਪਾਤਸ਼ਾਹ ਦੇ 14 ਮਹੀਨੇ ਤਾਂ ਹੁਣ ਚਰਨ ਪਏ, ਤੇ ਉਦੋਂ ਪਹਿਲਾਂ ਮਹਾਰਾਜ ਕਹਿੰਦੇ ਸਤਿਯੁਗ ਤੋਂ ਲੈ ਕੇ ਅਸੀਂ ਤਪੱਸਿਆ ਕੀਤੀ ਹੋਈ ਆ ਉੱਥੇ। ਦੈਂਤ ਤੇ ਦੇਵ ਬਿਰਤੀ ਆਪਾਂ ਗੱਲ ਕਰਦੇ ਹਾਂ, ਜਿੱਥੇ ਦੇਵ ਬਿਰਤੀ ਹੈ ਉੱਥੇ ਸ਼ਾਂਤ ਚਿੱਤ ਹੈ। ਜਿਹੜੀ ਬਖਸ਼ਿਸ਼ ਮਹਾਰਾਜ ਨੇ ਆਪਣੇ ਪੰਥ ਤੇ ਕੀਤੀ ਸੀ, ਜੇ ਅਸੀਂ ਦੇਖਦੇ ਹਾਂ ਜਿੰਨਾ ਕੁਛ ਆਪਾਂ ਨੂੰ ਦਿੱਤਾ ਸੀ, ਉਹ ਤਾਂ ਨਹੀਂ ਹੈ ਕਿਸੇ ਕੋਲ। ਮੈਂ ਤੁਹਾਨੂੰ ਸਹੀ ਗੱਲ ਦੱਸਾਂ, 2-4 ਨੂੰ ਛੱਡ ਕੇ ਉੱਦਾਂ ਠੀਕ ਆ ਵੀ ਇੱਕ ਨਫਰੀ ਪੂਰੀ ਕੀਤੀ ਹੋਈ, ਵੀ ਆਹ ਸਿੰਘ ਬੈਠੇ ਵੀ, ਵੀ ਆਹ ਸੰਗਤ ਬੈਠੀ,
ਪਰ ਉਹ ਜਿਹੜੀ ਗੱਲ ਹੈ ਨਾ ਖਾਲਸੇ ਵਾਲੀ, ਉਹ ਨਹੀਂ ਹੈ ਹਲੇ, ਉਹ ਬਣਨੀ ਆਪਣੀ। ਹਜੂਰ ਸਾਹਿਬ ਦੀ ਗੱਲ ਕੀਤੀ, ਹੇਮਕੁੰਟ ਸਾਹਿਬ ਨੂੰ ਸਿੰਘ ਆਪਣੇ ਚੱਲੇ ਸੀ 7-8, ਰਸਤੇ 'ਚ ਇੱਕ ਸ਼੍ਰੀਨਗਰ ਆਉਂਦਾ ਹੇਮਕੁੰਟ ਸਾਹਿਬ ਦੇ ਰਾਹ 'ਚ, ਉੱਥੇ ਜਾ ਕੇ ਉਹ ਹਨੇਰਾ ਹੋ ਗਿਆ। ਪੁਰਾਣੀ ਗੱਲ ਹੈ ਕਾਫੀ। ਉਹਨਾਂ ਨੇ ਇੱਕ ਬੰਦੇ ਨੂੰ ਪੁੱਛਿਆ, ਹਨੇਰਾ ਹੋ ਗਿਆ ਵੀ ਅਸੀਂ ਜਾਣਾ ਹੇਮਕੁੰਟ ਸਾਹਿਬ, ਅੱਗੇ ਪਹਾੜੀ ਹੈ। ਬੰਦੇ ਨੂੰ ਕਹਿੰਦੇ ਵੀ ਕੋਈ ਸਾਧੂ ਸੰਤ ਕੋਈ ਇੱਥੇ ਰਾਤ ਕੱਟਣ ਨੂੰ। ਉਹ ਕਹਿੰਦਾ ਆਹ ਪੁਲ ਜਿਹਾ ਪਾਰ ਕਰਕੇ ਨਾ ਅੰਦਰ ਚਲੇ ਜਾਓ ਪਹਾੜੀਆਂ 'ਚ, ਅੰਦਰ ਇੱਕ ਗੁਫਾ ਜੀ, ਉੱਥੇ ਇੱਕ ਬਾਬਾ ਬੈਠਾ। ਕਹਿੰਦਾ ਚਲੋ ਸਿੰਘ, ਕਹਿੰਦੇ ਰਾਤ ਤਾਂ ਕੱਟਣੀ ਹੈ। ਕਹਿੰਦੇ ਅਸੀਂ ਚਲੇ ਗਏ। ਕਹਿੰਦੇ ਜਾ ਕੇ ਜਦ ਦੇਖਿਆ ਸ਼ਾਮ ਦੇ 5 ਖਲੇ ਵਜੇ, ਮਾੜਾ ਦਿਨ ਖੜਾ ਸੀ। ਕਹਿੰਦਾ ਉਹ ਬੈਠਾ ਸਮਾਧੀ 'ਚ, ਉਹਦੀਆਂ ਆੜੇ ਭਰਵੱਟੇ ਜੇ ਚਿੱਟੇ ਹੋ ਕੇ ਲਮਕੇ ਪਏ ਥੱਲੇ, ਅੱਖਾਂ ਵੀ ਬੰਦ, ਐਡੀ ਏਡੀ ਦਾੜੀ, ਸਮਾਧੀ 'ਚ ਬੈਠਾ। ਕਹਿੰਦੇ ਅਸੀਂ ਵੀ ਬੈਠ ਕੇ 5-7 ਜਾਣੇ। ਕਹਿੰਦੇ ਜਦੋਂ ਅਸੀਂ ਬੈਠੇ ਰਹੇ, ਅਸੀਂ ਕਿਹਾ ਵੀ ਚੁੱਪ ਅਸੀਂ ਰਹਿ ਰਾਸ ਵੀ ਆਪਣੀ ਕਰ ਲਈ। ਫਿਰ ਥੋੜ੍ਹੀ ਦੇਰ ਬਾਅਦ, ਅੱਧਾ ਘੰਟਾ ਪੌਣਾ ਘੰਟਾ ਬਾਅਦ, ਉਹਨੂੰ ਫੀਲਿੰਗ ਹੋ ਗਈ ਵੀ ਕੋਈ ਬੈਠਾ। ਉਹਨੇ ਅੱਖਾਂ ਨੂੰ ਐਂ ਹੱਥ ਨਾਲ ਚੱਕ ਕੇ ਐਂ ਦੇਖਿਆ, ਜਦ ਉਹ ਦੇਖ ਕੇ ਬੰਦਾ ਜਿਵੇਂ ਤਲਬਕ ਜਾਂਦਾ, ਡਰ ਗਿਆ। ਕਹਿੰਦਾ ਤੁਸੀਂ ਕੌਣ? ਉਹਨਾਂ 'ਚੋਂ ਕਹਿੰਦੇ ਅਸੀਂ ਸਿੱਖ ਹਾਂ, ਸਿੰਘ। ਕਹਿੰਦਾ ਮੈਂ ਦੇਖ ਤਾਂ ਵੀ ਸਿੰਘ ਤੁਸੀਂ, ਪਰ ਤੁਸੀਂ ਉਹ ਸਿੰਘ ਨਹੀਂ ਹੈਗੇ। ਕਹਿੰਦੇ ਕਿਹੜੇ? ਕਹਿੰਦਾ ਜਿਹੜੇ ਮੈਂ ਚਮਕੌਰ ਦੀ ਗੜੀ 'ਚ ਦਰਸ਼ਨ ਕੀਤੇ ਸੀ, ਉਹ ਨਹੀਂ ਹੈਗੇ ਤੁਸੀਂ। ਉਹ ਫਿਰ ਦਿਲਚਸਪੀ ਹੋ ਗਈ, ਚਮਕੌਰ ਦੀ ਗੜੀ 'ਚ ਹੋਰ ਲੱਗ ਗਏ। ਕਹਿੰਦਾ ਚਮਕੌਰ ਦੀ ਗੜੀ 'ਚ ਮੈਂ ਲੁਟੇਰਿਆਂ ਦੇ ਵਿੱਚ ਸੀਗਾ। ਕਹਿੰਦਾ ਮੈਂ 10ਵੇਂ ਪਾਤਸ਼ਾਹ ਨੂੰ ਆਪ ਤੀਰ ਚਲਾਉਂਦੇ ਹੋਏ ਦੇਖਿਆ। ਐਡੀ ਐਡੀ ਚਿੱਟੀ ਅੱਖ ਸੀ ਉਹਨਾਂ ਦੀ। ਜਦੋਂ ਵੀਰ ਰਸ ਚਾਹੁੰਦੇ ਸੀ, ਕਹਿੰਦਾ ਲੋਕਾਂ ਦੀਆਂ ਅੱਖਾਂ ਗੁੱਸੇ 'ਚ ਲਾਲ ਹੁੰਦੀਆਂ, ਵੀਰ ਰਸ 'ਚ ਚਿੱਟੀਆਂ ਅੱਖਾਂ ਦੂਰੋਂ ਦਿਖਦੀਆਂ। ਕਹਿੰਦਾ ਤੀਰ ਚਲਾ ਕੇ ਉਹਨਾਂ ਨੇ ਜਦੋਂ ਦੁਸ਼ਟਾਂ ਨੂੰ ਸੋਧਿਆ, ਕਹਿੰਦਾ ਮੈਂ ਵੀ ਖੜਾ, ਜਦ ਮੈਂ ਦਰਸ਼ਨ ਕੀਤੇ ਪਤਾ ਨਹੀਂ ਮੈਨੂੰ ਕੀ ਹੋ ਗਿਆ, ਮੇਰੇ ਸ਼ਸਤਰ ਹੀ ਡਿੱਗ ਪਏ। ਕਹਿੰਦਾ ਮਹਾਰਾਜ ਮੇਰੇ ਵੱਲ ਦੇਖ ਕੇ ਮੁਸਕਰਾਏ, ਬਸ ਬਲਿਹਾਰ ਜਾਵਾਂ ਕਹਿੰਦਾ ਉਹਨਾਂ ਦੇ ਦਰਸ਼ਨਾਂ ਤੋਂ। ਤੇ ਸਿੰਘ ਜਿਹੜੇ ਖੜੇ ਸੀ ਕਿੰਗਰਿਆਂ ਤੇ, ਕਹਿੰਦਾ ਏਡੇ ਏਡੇ ਲਾਲ ਚਿਹਰੇ ਸੀ ਉਹਨਾਂ ਦੇ। ਕਹਿੰਦਾ ਤੁਹਾਡੇ ਤਾਂ ਪੀਲੇ ਪੀਲੇ ਖਰਬੂਜਿਆਂ ਵਰਗੇ ਮੂੰਹ ਨੇ, ਨਿੱਕੇ ਨਿੱਕੇ ਰਿਬੜੀਆਂ ਵਰਗੇ ਮੂੰਹ ਕੱਢੀ ਫਿਰਦੇ ਦਿੱਤਾ। ਉਹਨੇ ਫਿਰ ਕਿਹਾ ਦੇਖੋ ਇੱਥੇ ਠੀਕ ਆ, ਤੁਸੀਂ ਆ ਗਏ ਹੋ, ਮੇਰੇ ਕੋਲ ਖਾਣ ਖੂਣ ਤਾਂ ਕੁਛ ਨਹੀਂ ਹੈਗਾ। ਇਹ ਚੰਗਾ ਵੀ ਤੁਸੀਂ ਆ ਗਏ, ਰਾਤ ਨੂੰ ਇੱਥੇ ਸ਼ੇਰ ਘੁੰਮਦੇ ਨੇ, ਫਿਰ ਐਵੇਂ ਖਾ ਜਾਂਦਾ ਕੋਈ, ਰਾਤ ਇੱਥੇ ਕੱਟ ਲਓ, ਸਵੇਰੇ ਚਲੇ ਜਾਓ, ਬਾ ਮੇਰੇ ਕੋਲ ਤਾਂ ਇੰਨਾ ਹੀ। ਤੋ ਕਹਿਣ ਤੋਂ ਭਾਵ ਹੈ ਕਿ ਜਿਹੜੀ ਗੱਲ ਦਿੱਤੀ ਸੀ, ਜਿੰਨੀ ਬਖਸ਼ਿਸ਼ ਕੀਤੀ ਸੀ, ਜਿਹੜੀ ਖਾਲਸੇ ਨੂੰ ਕਿਰਪਾ ਕੀਤੀ ਸੀ, ਉਹ ਹੋਰ ਹੀ ਪਾਸੇ ਰੋਲ ਕੇ ਰੱਖਤੀ ਸਾਰਿਆਂ ਨੇ। ਜਿਸ ਦਿਸ਼ਾ ਨੂੰ ਹੁਣ ਆਪਾਂ ਜਾ ਰਹੇ ਹਾਂ, ਇਹ ਦੇਖ ਕੇ ਤੇ ਗੁਰੂ ਗ੍ਰੰਥ ਸਾਹਿਬ ਵੱਲ ਦੇਖ ਕੇ ਅਜੀਬ ਜੀ ਗੱਲ ਮਹਿਸੂਸ ਹੁੰਦੀ। ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਇਹਨੂੰ ਲੈ ਕੇ ਜਾ ਰਹੀ ਹੈ, ਤੁਸੀਂ ਇਹਨੂੰ ਜਾ ਰਹੇ ਹੋ। ਆਪਣੇ ਪੰਥ ਦੀ ਪੂਰੀ ਹਾਲਤ ਨੂੰ ਦੇਖੋ, ਪੰਥ ਸਾਰਾ ਇਹਨੂੰ ਜਾ ਰਿਹਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਐਨੂੰ ਜਾਇਓ, ਉਹ ਕਹਿੰਦੇ ਐਨੂੰ ਜਾਣਾ। ਉਹ ਸਾਰਾ ਜਿੰਨੀ ਸਿੱਖਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਤਾਈਓ ਆਪਾਂ ਕਥਾ ਸਾਰੀ ਰਿਕਾਰਡ ਕੀਤੀ ਹੈ। ਸਾਰੀ ਕਥਾ ਰਿਕਾਰਡਿੰਗ ਬਹਿ ਕੇ 2-2 ਘੰਟੇ ਲਾ ਕੇ ਸਾਰੀ ਕਥਾ ਸਰਵਣ ਕਰੋ। 3 ਸਾਲ ਦੀ ਮਿਹਨਤ ਆ ਉਸ ਕਥਾ 'ਚ, ਰਿਕਾਰਡਿੰਗ ਵਿੱਚ। ਉਹਨੂੰ ਧਿਆਨ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਕਥਾ ਸੁਣੋ। ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋ ਸਾਡੇ ਸਤਿਗੁਰ ਨੇ, ਤਾਂ ਇਹਨਾਂ ਨੂੰ ਸੁਣੋ ਤੇ ਇਹਨਾਂ ਦੀ ਸਿੱਖਿਆ ਤੇ ਅਮਲ ਕਰੋ। ਮਹਾਰਾਜ ਸਾਨੂੰ ਕੀ ਕੀ ਬਖਸ਼ਿਸ਼ ਕਰਦੇ ਨੇ, ਸਤਿਗੁਰੂ ਗ੍ਰੰਥ ਸਾਹਿਬ ਜੀ। ਤੇ ਆਪਾਂ ਸਤਿਗੁਰੂ ਮਹਾਰਾਜ ਦੀ ਸਿੱਖਿਆ ਨੂੰ ਕਮਾਉਣਾ। ਜੇ ਆਪਾਂ ਕਮਾਇਆ ਨਾ ਸਿੱਖਿਆ ਨੂੰ, ਤਾਂ ਫਿਰ ਆਪਾਂ ਫੇਲ ਹੋ ਜਾਵਾਂਗੇ ਸੰਸਾਰ ਦੇ ਵਿੱਚ। ਹਾਲੇ ਤਾਂ ਆਪਾਂ ਸਿਰਫ ਇੱਕ ਵਿਚਾਰ ਉੱਤੇ ਹੀ ਕੰਮ ਕਰ ਰਹੇ ਹਾਂ ਕਿ ਪਵਿੱਤਰਤਾ ਕੀ ਚੀਜ਼ ਹੁੰਦੀ ਹੈ। ਪਵਿੱਤਰਤਾ ਬਹੁਤ ਵੱਡੀ ਬਖਸ਼ਿਸ਼ ਹੈ। ਸਰੋਵਰ, ਅੰਮ੍ਰਿਤ ਸਰੋਵਰ ਦਾ ਜਲ ਪਵਿੱਤਰ ਹੈ। ਤਾਂ ਆਪਾਂ ਜਦੋਂ ਪ੍ਰਸ਼ਾਦ ਬਣਾ ਕੇ ਲਿਆਉਂਦੇ ਆ, ਉਦੋਂ ਨਹੀਂ ਕਹਿੰਦੇ ਇਹ ਪਵਿੱਤਰ ਹੈ। ਪ੍ਰਸ਼ਾਦ ਅਰਦਾਸ ਤੋਂ ਬਾਅਦ ਹੀ ਪਵਿੱਤਰ ਮੰਨਦੇ ਹਾਂ। ਤੇ ਪਵਿੱਤਰ ਕਿਣਕਾ ਇੱਕ ਵੀ ਮਿਲ ਜਾਏ ਤਾਂ ਬਹੁਤ ਹੈ। ਮੈਂ ਪੁੱਛਿਆ ਸੀ, ਮੈਂ ਕਿਹਾ ਉਹ ਬਾਅਦ 'ਚ ਰੇਹੜੀ ਜੀ ਲਿਆਉਣੇ ਇੱਧਰ ਨੂੰ, ਇਹ ਕੀ ਕਾਰਨ ਹੈ ਇੱਥੇ ਪ੍ਰਸ਼ਾਦ ਨਹੀਂ ਦਿੰਦੇ? ਕਹਿੰਦੇ ਕਈ ਅਣਜਾਣ ਹੁੰਦੇ ਨੇ, ਉਹ ਸਮਝਦੇ ਨੇ ਭੋਗ ਲੱਗਿਆ ਹੋਇਆ,
ਉਹ ਆ ਕੇ ਪਹਿਲਾਂ ਹੀ ਚੱਕਣ ਲੱਗ ਜਾਂਦੇ ਨੇ। ਜੇ ਤਾਲਾ ਲਾਤਾ ਆਪਾਂ ਨੇ ਫਿਰ ਆਪਣੀ ਬਦਨਾਮੀ ਹੋਣੀ। ਇਹ ਕੜਾਹ ਨੂੰ ਤਾਲਾ ਲਾ ਕੇ ਰੱਖਦੇ ਆ। ਪਰ ਉਹ ਸਾਰਿਆਂ ਨੂੰ ਬੇਨਤੀ ਵੀ ਸਮਝਾ ਦਿਆ ਕਰੋ ਵੀ ਆਪੇ ਨਾ ਹੀ ਚੱਕੋ ਤਾਂ ਵਧੀਆ ਰਹਿੰਦਾ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਨਾਲ ਇਹ ਪਵਿੱਤਰ ਦਰਬਾਰ ਸਾਹਿਬ ਹੈ। ਇਹ ਪਵਿੱਤਰ ਚੀਜ਼ ਹੋਰ ਹੁੰਦੀ ਹੈ, ਪਵਿੱਤਰਤਾ ਹੋਰ ਚੀਜ਼ ਹੁੰਦੀ ਆ। ਇੱਕ ਸੁੱਚਾ ਹੁੰਦਾ, ਇੱਕ ਸਾਫ਼ ਹੁੰਦਾ। ਸਾਫ਼, ਸੁੱਚਾ ਤੇ ਪਵਿੱਤਰ। ਪਹਿਲਾਂ ਤਾਂ ਆਪਾਂ ਸਾਫ਼ ਕਰਦੇ, ਭਾਂਡੇ ਚੰਗੀ ਤਰ੍ਹਾਂ ਮਾਂਜਦੇ ਹਾਂ, ਫਿਰ ਉਹਦੇ ਵਿੱਚ ਸੁੱਚਾ ਜਲ, ਸੁੱਚਾ ਪ੍ਰਸ਼ਾਦ ਲਈ ਸੁੱਚੀ ਰਸਦ ਹੁੰਦੀ। ਉਹ ਸੁੱਚਮ ਦੇ ਨਾਲ ਬਣਨ ਤੋਂ ਉਪਰੰਤ ਇੱਥੇ ਆਉਂਦੀ ਹੈ। ਫਿਰ ਅਰਦਾਸ ਹੋ ਕੇ ਜਦੋਂ ਕਿਰਪਾਨ ਭੇਟਾ ਗੁਰੂ ਦੀ ਕਿਰਪਾ ਪੈ ਜਾਂਦੀ ਉੱਪਰ, ਤਾਂ ਉਹਨੂੰ ਕਹਿੰਦੇ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ। ਉਹਨੂੰ ਆਪਾਂ ਕਦੇ ਨਹੀਂ ਕਹਿੰਦੇ ਕਿ ਇਹ ਸਾਫ਼ ਕੜਾਹ ਪ੍ਰਸ਼ਾਦ ਹੈ, ਇਹ ਸੁੱਚਾ ਕੜਾਹ ਪ੍ਰਸ਼ਾਦ ਹੈ। ਇਹ ਨਹੀਂ, ਇਹਨੂੰ ਕਹਿੰਦੇ ਪਵਿੱਤਰ ਕੜਾਹ ਪ੍ਰਸ਼ਾਦ ਹੈ, ਪਵਿੱਤਰ ਅੰਮ੍ਰਿਤ ਹੈ, ਪਵਿੱਤਰ। ਹੁਣ ਸਰੀਰ ਨੂੰ ਵੀ ਪਵਿੱਤਰ ਕਰਨਾ ਹੈ। ਉਹ ਜਿਹੜਾ ਓਰੇ ਦੀ ਗੱਲ ਕੀਤੀ ਸੀ, ਉਹ ਓਰੇ ਨੂੰ ਵੀ ਪਵਿੱਤਰ ਕਰਨਾ ਹੈ। ਪਟਿਆਲੇ ਹੁਣ ਉਹ ਮਸ਼ੀਨ ਆ ਗਈ, ਉਹ 500 ਰੁਪਈਆ ਲੈਂਦੇ ਨੇ। ਪਹਿਲਾਂ ਜਦੋਂ ਟੋਰਾਂਟੋ ਸੀ 2004 'ਚ, ਉਦੋਂ ਉੱਥੇ ਉਹ ਮਸ਼ੀਨ ਉਹ $25 ਲੈਂਦੇ ਸੀ। ਉਦੋਂ ਉਹ ਫੋਟੋ ਖਿੱਚਦੇ, ਉਹਦੇ ਦੁਆਲੇ ਓਰਾ ਆ ਜਾਂਦਾ ਵੀ ਇਹਦਾ ਓਰਾ। ਉਹ ਫਿਰ ਦੱਸ ਵੀ ਦਿੰਦੇ ਤੇਰਾ ਇੰਨਾ ਕਲੀਅਰ ਹੈ, ਤੈਨੂੰ ਹਲੇ ਦੇਖੋ ਨਾਲ ਉਹ ਡਾਕਟਰ ਕਹਿੰਦੇ ਤੈਨੂੰ ਹਲੇ ਚਰਚ ਵਿੱਚ ਜ਼ਿਆਦਾ ਜਾਣਾ ਚਾਹੀਦਾ, ਤੈਨੂੰ ਹਲੇ ਹੋਰ ਜਾਪ ਕਰਨਾ ਚਾਹੀਦਾ। ਉਹ ਆਪਦੇ ਧਰਮ ਮੁਤਾਬਕ ਦੱਸਦੇ। ਉਹ ਕੋਲੋਂ ਪਾਣੀ ਦਿੰਦੇ, ਕਹਿੰਦੇ ਤੈਨੂੰ ਇਹ ਪਵਿੱਤਰ ਜਲ ਰੋਜ਼ ਪੀਣਾ ਚਾਹੀਦਾ, ਤੇਰੇ ਓਰੇ 'ਚ ਖਰਾਬੀ। ਗੁਰੂ ਸਾਹਿਬ ਵੀ ਆਪਾਂ ਨੂੰ ਕਹਿੰਦੇ ਨੇ ਜੇ ਕੰਘਾ ਦੋਨੋਂ ਵਕਤ ਕਰਈ ਵਾਲਾ ਕੰਮ ਓਰੇ ਨੂੰ ਹੀ ਪਵਿੱਤਰ ਕਰਦਾ। ਪਾਗ ਚੁਨੇ ਕਰ ਬੰਨ੍ਹਦੇ ਵੀ ਓਰੇ ਨੂੰ ਹੀ ਪਵਿੱਤਰ ਕਰਦੇ ਆ। ਇਹ ਕਿਉਂ? ਉਹ ਚੀਜ਼ ਹੈ ਪ੍ਰਕਾਸ਼, ਸਾਡੇ ਸਰੀਰ ਦੀ ਰੱਖਿਆ ਕਰਦੀ। ਜਿਹੜੀ ਆਪਾਂ ਨੂੰ ਕਿਹਾ ਵੀ 2 ਵਕਤ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਤੇ 2 ਟਾਈਮ ਸੰਗਤ ਕਰਨੀ ਹੈ, ਉਹ ਕਿਸ ਕਰਕੇ ਕਰਨੀ? ਕਿਉਂਕਿ ਇੱਥੇ ਜਦੋਂ ਆਪਾਂ ਬੈਠੇ, ਘਰ ਤਾਂ ਤੁਸੀਂ ਇੰਨੀ ਬੰਦਗੀ ਨਹੀਂ ਕਰ ਸਕਦੇ। ਬਈ ਮੈਂ ਗੱਲ ਕਹਿਣੀ ਭੁੱਲ ਗਿਆ, ਦਾਸ ਤੁਹਾਡਾ, ਜਿੰਨਾ ਚਿਰ ਕਥਾ ਹੁੰਦੀ ਹੈ ਮੁੱਖ ਵਿੱਚ ਗੁਰਮੰਤਰ ਰੱਖਿਓ ਉਹਨਾਂ ਚਿਰ, ਫਿਰ ਤੁਹਾਨੂੰ ਫਾਇਦਾ ਜ਼ਿਆਦਾ। ਇੱਕ ਵਾਰ ਆਪਾਂ ਸਟਾਰਟਿੰਗ ਕਰ ਲੈਂਦੇ ਫਿਰ।